ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਜਿਉ ਬੁਲਾਵੈ ਤਾਂ ਬੋਲੇ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੈ ਗੁਹਾਰੀ। ਹਰ ਜਸ ਰੇ ਮਨ ਗਾਇਲ, ਜੋ ਸੰਗੀ ਹੈ ਤੇਰੋ। ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਸੋ ਤੁਧ ਆਗੈ ਅਰਦਾਸ ਹਮਾਰੀ। ਜਿਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੈ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੈ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਾਤਮਾ ਦੇ ਪੁਰੀ ਵਿਸ਼ੰਤਾ ਸਾਪੁਰਸ਼ਾ ਸ੍ਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ ਅਪਾਰ ਰਹਿਮਤ ਕਿਰਪਾ ਕੀਤੀ ਹੈ। ਸਾਨੂੰ ਤੁਹਾਨੂੰ ਸਭ ਨੂੰ ਅੰਮ੍ਰਿਤ ਵੇਲੇ ਦਾ ਸੁਭਾਗ ਸਮਾਂ ਬਖਸ਼ਿਆ ਜੀ। ਜਿੰਨੇ ਵੀ ਸਰੀਰ ਆਪ ਜੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਜੀ, ਸਭ ਧੰਨਤਾ ਦੇ ਯੋਗ ਹੋ। ਜੋ ਆਪਣੇ ਮਿਲੇ ਹੋਏ ਸਮੇਂ ਨੂੰ, ਸਵਾਸਾਂ ਨੂੰ, ਮਨੁੱਖਾ ਜਨਮ ਨੂੰ ਗੁਰੂ ਚਰਨਾਂ 'ਚ ਬਤੀਤ ਕਰਕੇ ਲੇਖੇ ਵਿੱਚ ਲਾਉਣ ਦਾ ਯਤਨ ਕਰਦੇ ਹਾਂ। ਸੁਆਓ ਗੁਰੂ ਸਿੱਖ ਪਿਆਰਿਓ, ਜਿਤਨਾ ਸਮਾਂ ਮਹਾਰਾਜ ਬਖਸ਼ਦੇ ਨੇ, ਉਹਦੀ ਕਿਰਪਾ ਦੇ ਨਾਲ ਲੜੀਵਾਰ ਕਥਾ ਵਿਚਾਰ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਹੈ। ਕੱਲ੍ਹ ਦੇ ਸਮਿਆਂ ਦੇ ਵਿੱਚ ਵਿਚਾਰਿਆ ਸੀਗਾ ਉਹ ਪ੍ਰਮਾਤਮਾ ਸਭ ਦੇ ਅੰਦਰ ਵਸਦਾ ਹੈ। ਤੇ ਫਿਰ ਉਹਦੇ ਅੱਗੇ ਇਹ ਬੇਨਤੀ ਹੁੰਦੀ ਹੈ, ਐ ਰੱਬ ਜੀ, ਜਿਹੜੇ ਤੁਸੀਂ ਆਪਣੇ ਸੇਵਕ ਬਣਾਉਣੇ ਕੀਤੇ ਨੇ,
ਉਹਨਾਂ ਨੂੰ ਸਰੂਪ ਧਾਰ ਕੇ, ਅਵਤਾਰ ਧਾਰ ਕੇ ਆਪ ਹੀ ਤੁਸੀਂ ਮਿਲਣਾ ਕੀਤਾ ਹੈ। ਭਾਵ ਉਹਨਾਂ ਨੂੰ ਦਰਸ਼ਨ ਦੇਣੇ ਕੀਤੇ ਹਨ। ਜਿਵੇਂ ਵਿਚਾਰਿਆ ਸੀ, ਉਹ ਆਪੇ ਹੀ ਗਾਉਂਦਾ ਹੈ, ਆਪੇ ਹੀ ਸੁਣਦਾ ਹੈ। ਗਊ ਵੀ ਆਪ ਹੈ, ਰਖਵਾਲਾ ਵੀ, ਉਹਨਾਂ ਨੂੰ ਚਾਰਨ ਵਾਲਾ ਵੀ ਆਪ ਹੈ, ਦੇਵਤਾ ਵੀ ਆਪ ਹੈ, ਪੁਜਾਰੀ ਵੀ ਆਪ ਹੈ। ਬਸ ਭੇਦ ਨੇ, ਜਿਹਨੂੰ ਸਮਝ ਆ ਗਿਆ ਅਵਸਥਾ ਬਣ ਜਾਣੀ ਆ। ਮੇਰ ਤੇਰ ਜਿੰਨਾ ਟਾਈਮ ਦਵੈਸ਼ ਦੁੱਧਾ ਜਿਹੜੀ ਆ ਨਾ ਖਤਮ ਨਹੀਂ ਹੁੰਦੀ ਭਾਈ, ਉਹਦੀ ਪ੍ਰਾਪਤੀ ਨਹੀਂ। ਆਪੇ ਹੀ ਆਪ ਮੋਹਿਓ ਜਸ ਨਾਨਕ ਆਪ ਸੁਣੇ ਹੋਏ। ਉਹਨਾਂ ਕੋਲੋਂ ਆਪਣਾ ਜਸ ਸੁਣ ਕੇ ਐ ਰੱਬ ਜੀ ਤੂੰ ਆਪ ਹੀ ਮੋਹਿਆ ਗਿਆ। ਜਿਸਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ। ਜਿਨ੍ਹਾਂ ਨੂੰ ਉਹ ਬਖਸ਼ਦਾ। ਤੇ ਮਹਾਰਾਜ ਕਹਿੰਦੇ ਆ ਜੀ ਅਗਲੇ ਬਚਨ, ਸ਼ੰਤ ਪ੍ਰੇਮ ਠਗੌਰੀ ਪਾਏ ਰਿਝਾਏ ਗੋਬਿੰਦ ਮਨ ਮੋਹਿਆ ਜੀਓ। ਕਹਿੰਦੇ ਜਿਨ੍ਹਾਂ ਨੇ ਪ੍ਰੇਮ ਰੂਪੀ ਠਗੌਰੀ ਕਹੀਏ, ਠੱਗ ਬੂਟੀ ਪਾ ਕੇ ਰੱਬ ਜੀ ਨੂੰ ਰਝਾਇਆ ਕਹੀਏ, ਪ੍ਰਸੰਨ ਕੀਤਾ, ਖੁਸ਼ ਕਰ ਲਿਆ, ਉਹਨਾਂ ਦੀ ਪ੍ਰੇਮਾ ਭਗਤੀ ਵੇਖ ਕੇ ਪਰਮਾਤਮਾ ਦਾ ਮਨ ਵੀ ਮੋਹਿਤ ਹੋ ਗਿਆ। ਗੋਬਿੰਦ ਮਨ ਮੋਹਿਆ ਜੀਓ। ਰੱਬ ਆਪਣੇ ਭਗਤਾਂ ਨੂੰ ਵੇਖ ਕੇ ਜਿਹੜੇ ਉਹਦੇ ਰੰਗ ਵਿੱਚ ਰੰਗੇ ਨੇ ਮੋਹਿਤ ਹੋ ਜਾਂਦਾ ਹੈ। ਕਹਿੰਦੇ ਉਹਨਾਂ ਨੇ ਗੋਬਿੰਦ ਕਹੀਏ ਗਿਆਨ ਕਰਕੇ ਪ੍ਰਾਪਤ ਹੋਣੇ ਯੋਗ ਪਰਮਾਤਮਾ ਦੀ ਪ੍ਰੇਮਾ ਭਗਤੀ ਵਿੱਚ ਆਪਣਾ ਮਨ ਜਿਹੜਾ ਮੋਹਿਤ ਕਰ ਲਿਆ। ਸੰਤਨ ਕੈ ਪ੍ਰਸਾਦ ਅਗਾਧ ਕੰਠੇ ਲਗ ਸੋਹਿਆ ਜੀਓ। ਉਹ ਹੀ ਸੰਤਾਂ ਦੀ ਕਿਰਪਾ ਕਰਕੇ ਅਗਾਧ ਕਹੀਏ ਬੇਅੰਤ ਪ੍ਰਮਾਤਮਾ ਦੇ ਅਭੇਦ ਨਿਸ਼ਚੇ ਰੂਪੀ ਕੰਠੇ ਕਹੀਏ ਗਲ ਨਾਲ ਲੱਗ ਕੇ ਸੋਭਨਿਕ ਹੋਏ ਨੇ। ਕਿਸੇ ਨਾਲ ਸਾਡੀ ਜਾਣ ਪਛਾਣ ਹੋਵੇ ਨਾ, ਵੱਡੇ ਉੱਚੇ ਬੰਦੇ ਨਾਲ, ਅਸੀਂ ਆਪਣੇ ਆਪ ਨੂੰ ਬੜਭਾਗਾ ਸਮਝਦੇ ਹਾਂ। ਭਾਵ ਕਿਸੇ ਬੰਦੇ ਜੋ ਵੱਡਾ ਹੈ ਉਹਦੇ ਨਾਲ ਬੈਠ ਉੱਠ ਹੁੰਦੀ ਆ ਨਾ, ਜਦੋਂ ਦੂਜੇ ਬੰਦੇ ਦੀ ਵੀ ਪਰਚੋ ਪੈ ਜਾਂਦੀ ਵੀ ਆਹ ਬੰਦੇ ਦੀ ਉਹ ਬੰਦੇ ਨਾਲ ਬਣਦੀ ਹੈ, ਵੱਡੇ ਨਾਲ, ਉਹ ਵੀ ਸੋਭਾ ਪਾ ਲੈਂਦਾ ਹੈ, ਉਹਦਾ ਵੀ ਉਨਾ ਹੀ ਸਤਿਕਾਰ ਹੋਣ ਲੱਗ ਜਾਂਦਾ, ਸੋਭਾ ਹੁੰਦੀ ਆ। ਤੇ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਕੰਠ ਲੱਗ ਸੋਹਿਆ ਜੀਓ। ਜਿਨ੍ਹਾਂ ਨੂੰ ਉਸ ਪਰਮੇਸ਼ਰ ਨੇ ਆਪਣੇ ਗਲ ਨਾਲ ਲਾ ਲਿਆ ਉਹ ਸੋਭਨਿਕ ਹੋਏ ਨੇ, ਸੋਭਾ ਹੁੰਦੀ ਹੈ ਉਹਨਾਂ ਦੀ। ਤੇ ਹਰ ਕੰਠ ਲਗ ਸੋਹਿਆ ਦੋਖ ਸਭ ਜੋਹਿਆ ਭਗਤ ਲਖਿਆਣਾ ਕਰ ਬਸ ਭਏ। ਜੋ ਕਹਿੰਦੇ ਪਰਮੇਸ਼ਰ ਦੇ ਅਭੇਦ ਨਿਸ਼ਚੇ ਰੂਪ ਗਲ ਨਾਲ ਲੱਗ ਕੇ ਸੋਭਨਿਕ ਹੋਏ ਨੇ, ਉਹਨਾਂ ਨੇ ਆਪਣੇ ਅੰਦਰੋਂ ਸਭ ਭਗਤ ਲਿਖਣ ਕਰ ਵਸ ਗਏ। ਦੋਖ ਸਭ ਜੋਹਿਆ। ਦੋਖ ਕਹੀਏ ਆਪਣੇ ਜਿਹੜੇ ਦੋਸ਼ ਨੇ ਅੰਦਰ ਦੇ, ਉਹਨਾਂ ਨੂੰ ਜੋਹਿਆ ਕਹੀਏ ਤਾੜਨਾ ਕੀਤਾ। ਅਤੇ ਉਹਨਾਂ ਦੇ ਭਗਤੀ ਰੂਪੀ ਲਖਣ ਕਹੀਏ ਲੱਛਣਾ ਕਰਕੇ ਹੀ ਪਰਮੇਸ਼ਰ ਜੀ ਅਧੀਨ ਹੋਏ ਨੇ। ਭਗਤੀ ਦੀਆਂ ਵੀ ਨਿਸ਼ਾਨੀਆਂ ਨੇ, ਗੁਰਮੁਖਾਂ ਦੀਆਂ ਵੀ ਨਿਸ਼ਾਨੀਆਂ ਨੇ, ਮਨਮੁਖਾਂ ਦੀਆਂ ਵੀ ਨਿਸ਼ਾਨੀਆਂ ਨੇ, ਲੱਛਣ ਹੁੰਦੇ ਨੇ।
ਉਹ ਕਹਿੰਦੇ ਆ ਬੰਦੇ ਦੀਆਂ ਆਦਤਾਂ ਤੋਂ ਪਤਾ ਲੱਗ ਜਾਂਦਾ ਕਿਹੋ ਜਿਹਾ। ਤੁਹਾਡੀ ਵਿਚਾਰ ਦੱਸ ਦਿੰਦੀ ਆ ਤੁਹਾਡਾ ਜੀਵਨ ਕਿਹਾ ਜਾ, ਤੁਹਾਡੀ ਤੱਕਣੀ ਵੇਖਣੀ ਇਹ ਦੱਸ ਦਿੰਦੀ ਆ ਤੁਸੀਂ ਕਿਹੋ ਜਿਹੀ ਆਦਤ ਦੇ ਮਾਲਕ ਹੋ, ਤੁਹਾਡੇ ਅੰਦਰ ਕੀ ਆ, ਵਿਚਾਰ ਕੀ ਆ ਤੁਹਾਡੇ। ਕਈ ਐਸੇ ਨੇ ਬੰਦੇ ਨੂੰ ਵੇਖ ਕੇ ਨਾ, ਮੱਥਾ ਵੇਖ ਕੇ ਪਰਖ ਲੈਂਦੇ ਨੇ ਵੀ ਬੰਦਾ ਵਧੀਆ ਜਾਂ ਮਾੜਾ, ਵਧੀਆ ਜਾਂ ਘਟੀਆ। ਲੱਛਣ ਨੇ ਭਗਤੀ ਦੇ, ਭਗਤਾਂ ਦੇ, ਗੁਰਮੁਖਾਂ ਦੇ ਵੀ ਗੁਣ ਹੁੰਦੇ ਆ, ਲੱਛਣ ਹੁੰਦੇ ਆ। ਲਖਿਆਣ ਕਰ ਵਸ ਗਏ। ਉਹ ਕਹਿੰਦੇ ਫਿਰ ਜਿਨ੍ਹਾਂ ਦੇ ਕੋਲ ਭਗਤੀ ਰੂਪੀ ਲਖਿਆਣ ਨੇ, ਲੱਛਣ ਨੇ, ਗੁਣ ਨੇ, ਉਹਨਾਂ ਕਰਕੇ ਹੀ ਪਰਮੇਸ਼ਰ ਜੀ ਉਹਨਾਂ ਦੇ ਅਧੀਨ ਭਾਵ ਵਸ ਹੋ ਜਾਂਦੇ ਨੇ। ਤੂੰ ਭਗਤਾਂ ਕੈ ਬਸ ਭਗਤਾਂ ਤਾਣ ਤੇਰਾ, ਭਾਵ ਨਾ ਤੂੰ ਆਵੈ ਵਸ ਵੇਦ ਪੜਾਵਣੇ, ਨਾ ਤੂੰ ਵਸ ਆਵੈ ਵਸਤ ਧਰਤੀ ਧਾਈਐ, ਨਾ ਤੂੰ ਆਵੈ ਵਸ ਵੇਦ ਪੜਾਵਣੇ, ਨਾ ਤੂੰ ਆਵੈ ਵਸ ਬਹੁਤਾ ਦਾਨ ਦੇ। ਨਾ ਉਹ ਬਹੁਤਾ ਦਾਨ ਦੇਣ ਨਾਲ ਵਸ ਵਿੱਚ ਆਉਂਦਾ, ਆਪਣਾ ਨਹੀਂ ਬਣਦਾ। ਉਹ ਜਿੰਨਾ ਮਰਜ਼ੀ ਕਰੀ ਜਾਓ ਦਾਨ ਪੁੰਨ, ਲੱਖਾਂ ਕਰੋੜਾਂ ਅਰਬਾਂ ਖਰਬਾਂ ਜੋ ਮਰਜ਼ੀ ਦੇ ਦਿਓ। ਮਹਾਰਾਜ ਜੀ ਕਹਿੰਦੇ ਨੇ ਤੂੰ ਭਗਤਾਂ ਕੈ ਬਸ ਭਗਤਾਂ ਤਾਣ ਤੇਰਾ। ਉਹ ਜਿਹੜੇ ਪ੍ਰੇਮਾ ਭਗਤੀ ਕਰਦੇ ਨੇ ਉਹਨਾਂ ਦੇ ਬਸ ਹੈ। ਜਿਵੇਂ ਫਿਰ ਉਹ ਕਹਿਣਗੇ ਨਾ ਰੱਬ ਨੂੰ ਉਵੇਂ ਕਰਨਾ ਪੈਂਦਾ, ਉਹਨਾਂ ਦੀ ਮੰਨਣੀ ਪੈਂਦੀ ਆ। ਰੱਬ ਦੀ ਕੀਤੀ ਮੁੜ ਜਾਂਦੀ ਹੈ, ਭਗਤਾਂ ਦੀ ਕੀਤੀ ਜਿਹੜੀ ਹੈ ਨਾ ਜੀ ਉਹ ਨਹੀਂ। ਰੱਬ ਬਖਸ਼ ਦਿੰਦਾ ਹੈ। ਇਹ ਅਵਸਥਾ ਜਦੋਂ ਬਣ ਗਈ, ਉਹਨੂੰ ਆਪਣੇ ਵਸ ਕਰਨਾ, ਉਹ ਭਗਤਾਂ ਦੇ ਵਸ ਹੈ। ਪੜ੍ਹਦੇ ਹੁੰਦੇ ਆ ਨਾ ਜੀ, ਭਗਤਾਂ ਨੇ ਰੱਬ ਵਸ ਕੀਤਾ ਪ੍ਰੇਮ ਦੀਆਂ ਪਾਈਆਂ ਡੋਰਾਂ। ਪ੍ਰੇਮ ਦੀਆਂ ਡੋਰਾਂ ਪਾ ਕੇ ਉਹ ਰੱਬ ਨੂੰ, ਪਰਮੇਸ਼ਰ ਨੂੰ ਵਸ ਕਰਦੇ ਆ ਜੀ ਆਪਣੇ। ਉਹ ਐਵੇਂ ਹੰਕਾਰ 'ਚ, ਉਹਦੇ ਪਦਵੀਆਂ ਦੇ ਨਸ਼ੇ 'ਚ ਰਵਾਂਗੇ ਨਾ, ਕਾਮ ਕ੍ਰੋਧ ਹੰਕਾਰ ਫਿਰੇ ਦੀਵਾਨੇ ਆ, ਫਿਰੀ ਜਾਓ, ਉਹ ਵਸ ਵਿੱਚ ਨਹੀਂ ਆਏਗਾ। ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨੇ ਆ, ਸਿਰ ਲੱਗਾ ਜਮ ਡੰਡ ਫਿਰੈ ਤਾਂ ਪਛਤਾਨੇ ਆ। ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨੇ ਆ। ਮਹਾਰਾਜ ਕਹਿੰਦੇ ਆ ਭਗਤ ਲਖਣ ਕਰ ਵਸ ਪਏ। ਉਹ ਰੱਬ ਆਪਣੇ ਪਿਆਰਿਆਂ ਦੇ ਵਸ ਹੁੰਦਾ। ਫਿਰ ਜਿਵੇਂ ਭਗਤ ਕਹਿੰਦੇ ਆ ਉਹਨੂੰ ਮੰਨਣੀ ਪੈਂਦੀ ਆ। ਮਨ ਸਰਬ ਸੁਖ ਬੂਠੇ, ਗੋਬਿੰਦ ਤੂਠੇ, ਜਨਮ ਮਰਣਾ ਸਭ ਮਿਟ ਗਏ। ਗੋਬਿੰਦ ਕਹੀਏ ਪਰਮਾਤਮਾ ਵਾਹਿਗੁਰੂ ਦੀ, ਤੁਠੇ ਕਹੀਏ ਪ੍ਰਸੰਨਤਾ ਕਰਕੇ ਮਨ ਵਿੱਚ ਬ੍ਰਹਮਾ ਦੇ ਦਰਜੇ ਤੱਕ ਅਤੇ ਹੋਰ ਦਰਜੇ ਦੇ ਜਿੰਨੇ ਵੀ ਸੁਖ ਨੇ ਉਹ ਉਹਨਾਂ ਦੇ ਹਿਰਦੇ ਵਿੱਚ ਵਸ ਗਏ ਆ। ਜਿਹੜੇ ਬ੍ਰਹਮਪੁਰੀ ਦੇ ਸੁਖ ਨੇ, ਸੱਚਖੰਡ ਦੇ ਸੁਖ ਨੇ, ਸਵਰਗ ਦੇ ਸੁਖ ਜਿਹੜੇ ਆ, ਇੰਦਰਪੁਰੀ ਦੇ ਸੁਖ ਜਿਹੜੇ ਆ ਜੀ, ਉਹ ਸਰਬ ਮਨ ਸਰਬ ਸੁਖ ਬੂਠੇ। ਕਦੋਂ? ਗੋਬਿੰਦ ਤੂਠੇ। ਜਦੋਂ ਸਾਡੇ ਤੇ ਰੱਬ ਖੁਸ਼ ਹੋ ਜਾਂਦਾ ਹੈ, ਉਹ ਸਵਰਗ ਦੇ ਸੁਖ, ਬ੍ਰਹਮਪੁਰੀ ਦੇ ਸੁਖ, ਇੰਦਰਪੁਰੀ ਦੇ ਸੁਖ ਜਿਹੜੇ ਨੇ ਉਹ ਅੰਦਰ ਹੀ ਆ ਸਰੀਰ ਦੇ ਵਿੱਚ ਹੀ ਸਾਨੂੰ ਪ੍ਰਾਪਤ ਹੋ ਜਾਣਗੇ। ਜੇ ਮਨ ਸੁਖੀ ਹੈ ਜੀ ਸਭ ਕੁਛ ਹੈ। ਹੁਣ ਜੇ ਮਨ ਦੁਖੀ ਹੈ, ਬੰਦਾ ਮਖਮਲੀ ਗੱਦਿਆਂ 'ਚ, ਅਰਬਾਂ ਖਰਬਾਂ ਦੇ ਬੰਗਲਿਆਂ 'ਚ ਰਹਿੰਦਾ ਹੋਇਆ ਵੀ ਦੁਖੀ ਹੈ। ਵੇਖ ਨਹੀਂ ਆਪਾਂ, ਜਿਹਦਾ ਮਨ ਸੁਖੀ ਹੈ ਉਹ ਸੜਕਾਂ ਦੇ ਪਏ ਨੇ ਟੌਰ ਨਾਲ, ਕੋਈ ਠੰਡ ਨਹੀਂ, ਕੋਈ ਗਰਮੀ ਨਹੀਂ। ਤੇ ਜਿਨ੍ਹਾਂ ਦਾ ਮਨ ਦੁਖੀ ਹੈ ਗੁਰਮੁਖੋ, ਉਹ ਵੱਡੀਆਂ ਵੱਡੀਆਂ ਬਿਲਡਿੰਗਾਂ 'ਚ ਰਹਿੰਦੇ ਹੋਏ ਵੀ ਦੁਖੀ ਨੇ, ਮੱਚਦੇ ਨੇ, ਗੋਲੀਆਂ ਲੈ ਲੈ ਕੇ ਵੀ ਨੀਂਦ ਆਉਂਦੀ। ਸੰਸਾਰ ਹੈ, ਇਹ ਨਹੀਂ ਵੀ ਸਾਰੇ ਦੁਖੀ ਨੇ ਕੋਠੀਆਂ ਵਾਲੇ ਜਾਂ ਸਾਰੇ ਸੁਖੀ ਨੇ ਬਾਹਰ ਪੈਣ ਵਾਲੇ, ਨਹੀਂ। ਗੱਲ
ਅੰਦਰ ਹਿਰਦੇ 'ਚ ਉਹਦੇ ਨਾਮ ਦੀ ਆ। ਦਸ਼ਮੇਸ਼ ਪਿਤਾ ਬਾਜਾਂ ਵਾਲੇ ਸ਼ਹਿਨਸ਼ਾਹ ਜੀਵਨ ਆਪਾਂ ਬਹੁਤ ਵਾਰ ਪੜ੍ਹਿਆ। ਮਾਸੀਵਾੜੇ ਦੇ ਜੰਗਲ ਸਾਹਿਬ ਜਦੋਂ ਗਏ ਆ, 72 ਘੰਟੇ ਹੋ ਗਏ ਅਨਜਲ ਕੀਤਿਆਂ। ਕਿਹੜਾ ਦੁੱਖ ਨਹੀਂ ਸੀ, ਘਰ-ਬਾਰ ਨਹੀਂ ਕੋਲ, ਪਰਿਵਾਰ ਨਹੀਂ ਕੋਲ, ਸਰੀਰ ਵੀ ਕੰਡੇ ਵੱਜ-ਵੱਜ ਕੇ ਖੂਨ ਸਿਮਰਿਆ, ਜਾਮਾ ਲੀਰੋ ਲੀਰ ਹੋਇਆ, ਕੋਈ ਦੁੱਖ ਨਹੀਂ। ਕਿਉਂ? ਉਹ ਰੱਬ ਨਾਲ ਹੈ। ਤੇ ਦੂਜੇ ਪਾਸੇ ਔਰੰਗਜ਼ੇਬ ਦੇ ਕੋਲ ਸਭ ਕੁਝ ਸੀਗਾ, ਉਹ ਦੁਖੀ ਆ। ਫੌਜਾਂ, ਲਸ਼ਕਰ, ਧਨ ਦੌਲਤ, ਰਾਜ ਮਹਿਲ ਸਭ ਕੁਝ ਕੋਲ ਹੈ, ਦੁਖੀ ਆ। ਉਹਨੇ ਰੱਬ ਭੁਲਾਤਾ। ਭਾਵ ਜੇ ਸੁੱਖ ਦੇਣ ਵਾਲਾ ਰੱਬ ਚੇਤੇ ਹੈ ਪ੍ਰੇਮੀਓ, ਤਾਂ ਬੰਦਾ ਬਾਹਰ ਦੇ ਸਰੀਰ ਦੇ ਜਿੰਨੇ ਮਰਜ਼ੀ ਦੁੱਖ ਆਈ ਜਾਣ, ਦੁਖੀ ਨਹੀਂ ਹੋਏਗਾ। ਜੇ ਪਰਮਾਤਮਾ ਜ਼ਿਆਦਾ ਅੰਦਰ ਉਹਦੇ ਵਸਣ ਦੇ ਨਾਲ ਹੀ, ਉਹਦੇ ਵਸਣ ਦੇ ਨਾਲ ਹੀ ਭਾਈ ਸਾਰੇ ਸੁੱਖ ਜਿਹੜੇ ਆ ਨਾ ਜੀ ਪ੍ਰਾਪਤ ਹੋ ਜਾਣਗੇ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਉਹ ਪਰਮਾਤਮਾ ਨੂੰ ਪ੍ਰਸੰਨ ਕਰ ਲਿਆ, ਜਿੰਨੇ ਵੀ ਉੱਚੇ ਦਰਜੇ ਦੇ ਸੁੱਖ ਨੇ ਸਭ ਉਹਨਾਂ ਦੇ ਹਿਰਦੇ 'ਚ ਵਸ ਜਾਂਦੇ ਆ। ਜਨਮ ਮਰਨਾ ਸਭ ਮਿਟ ਗਏ ਅਤੇ ਉਹਨਾਂ ਦੇ ਜੰਮਣ ਮਰਨ ਦੇ ਦੁੱਖ ਜਿਹੜੇ ਆ ਉਹ ਮਿਟ ਜਾਂਦੇ ਆ ਜੀ। ਭਾਵ ਪਰਮਾਤਮਾ ਨੇ ਗੁਰੂ ਨੂੰ ਨਸ਼ਟ ਕਰ ਦੇਣੇ ਨੇ। ਸਭ ਤੋਂ ਵੱਡਾ ਦੁੱਖ ਆਹੀ ਆ, ਅਸੀਂ ਹਰ ਟਾਈਮ ਡਰਦੇ ਆ ਮਰ ਨਾ ਜਾਈਏ। ਸੋਚਿਆ ਕਰੋ ਕਦੇ ਇਕਾਂਤ 'ਚ ਬਹਿ ਕੇ, ਅੱਜ ਸਰੀਰ ਮੇਰੀ ਆਪਣੀ ਮਰਜ਼ੀ ਨਾਲ ਚੱਲਦਾ ਹੈ, ਕੱਲ ਨੂੰ ਇਹਨੇ ਰੁਕਣਾ ਵੀ ਆ। ਕਿਹੋ ਜਿਹੀ ਹਾਲਤ 'ਚ ਰੁਕਣਾ ਹੈ, ਕਿੰਨਾ ਕੁ ਸਾਨੂੰ ਤੰਗ ਕਰੇਗਾ, ਦੁਖੀ ਹੋਵਾਂਗੇ, ਕਿਵੇਂ ਅੰਦਰੋਂ ਜਿੰਦ ਨਿਕਲਣੀ ਆ, ਇਹ ਤਾਂ ਉਹੀ ਜਾਣਦਾ। ਆਪਾਂ ਨੂੰ ਨਹੀਂ ਪਤਾ ਕਿੰਨਾ ਕੁ ਦੂਰ ਰਹਿ ਗਿਆ ਸਾਡਾ ਅਖੀਰੀ ਦਿਨ ਜਿਹੜਾ ਹੈ, ਕਿੰਨਾ ਕੁ ਨੇੜੇ ਆ, ਕਿੱਥੇ ਇੱਕ ਉਹ ਆਖਰੀ ਮੰਜ਼ਿਲ ਹੈ ਤੁਰਨ ਫਿਰਨ ਦੀ ਸਾਡੇ। ਭਾਵ ਸਭ ਤੋਂ ਵੱਡਾ ਦੁੱਖ ਆਈਓ। ਉੱਥੇ ਜਦੋਂ ਬੰਦਗੀ ਦੀ ਅਵਸਥਾ ਬਣ ਜਾਂਦੀ ਹੈ ਪ੍ਰੇਮੀਓ, ਜਨਮ ਮਰਨ ਦਾ ਦੁੱਖ ਜਿਹੜਾ ਹੈ ਉਹ ਮਿਟ ਜਾਂਦਾ ਹੈ। ਗਰਭ ਜੂਨੀ 'ਚ ਜਾਣਾ ਜਿਹੜਾ ਹੈ ਉਹ ਮਿਟ ਜਾਂਦਾ ਹੈ। ਜਨਮ ਮਰਨ ਪੜ੍ਹਦੇ ਆ ਨਾ ਜੀ, ਸੋ ਕਹੋ ਟਲ ਗੁਰ ਸੇਵੀ ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਜਨਮ ਮਰਨ ਦਾ ਦੁੱਖ ਜਿਹੜਾ ਜਦੋਂ ਗੁਰੂ ਦੇ ਦਿਦਾਰੇ ਹੋ ਜਾਣ, ਆ ਬਾਹਰੋਂ ਆਉਣਾ, ਖੜਨਾ, ਹੱਥ ਬੰਨਣੇ, ਸਾਧਨ ਕਰਨੇ, ਮੱਥੇ ਟੇਕਣੇ, ਆ ਵੇਖਣਾ ਸੰਗਤ ਨੂੰ, ਪੋਥੀਆਂ ਵੇਖ ਲੈਣੀਆਂ, ਇਹ ਕੁਛ ਹੋਰ ਘੱਟ ਹੀ ਹੈ ਪ੍ਰੇਮੀਓ। ਪਰ ਉਹਦੇ ਦਰਸ਼ਨ ਹੋ ਜਾਣੇ, ਸਰੂਪ ਦੇ ਵਿੱਚ ਉਹਨੂੰ ਲੱਭ ਜਾਣਾ, ਉਹਦੇ ਦਿਦਾਰੇ ਹੋ ਜਾਣੇ, ਸਾਖਿਆਤ ਪ੍ਰਤੱਖ ਸਾਨੂੰ ਗੁਰੂ ਅਰਜਨ ਪ੍ਰਤੱਖ ਹਰ ਗੁਰੂ ਹਰ ਟਾਈਮ ਪ੍ਰਤੱਖ ਹੈ ਸਾਡੇ ਨਾਲ। ਪੜ੍ਹਦੇ ਆ ਨਾ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਹਰ ਟਾਈਮ ਸਾਡੇ ਨਾਲ ਪ੍ਰਗਟ ਹੋਇਆ ਸਮਝ ਲੈਣਾ ਸੀ। ਇੱਥੇ ਨਾ ਸਮਝੀਏ ਕਿ ਗੁਰਦੁਆਰੇ ਆਉਂਦੇ ਆ ਗੁਰੂ ਇੱਥੇ ਹੀ ਰਹਿੰਦਾ, ਘਰਾਂ 'ਚ ਵੀ ਨਾਲ ਹੈ ਜੀ, ਕੰਮ ਧੰਦੇ ਕਰਦੇ ਆ ਉਦੋਂ ਵੀ ਨਾਲ ਹੈ, ਖੇਤੀਬਾੜੀ ਕੰਮ ਧੰਦੇ ਕਰਦੇ ਉਦੋਂ ਵੀ ਨਾਲ ਹੈ। ਜਦ ਆਹ ਅਵਸਥਾ ਬਣ ਗਈ, ਮਨ ਡਰਨ ਲੱਗ ਜੇ ਨਾ ਜੀ, ਬੇਈਮਾਨੀ ਕਰਨ ਤੋਂ, ਮਾੜਾ ਕਰਨ ਤੋਂ, ਕਿਸੇ ਦਾ ਹੱਕ ਮਾਰਨ ਤੋਂ, ਮਾੜੇ ਕਰਮ ਕਰਨ ਤੋਂ ਜਦ ਡਰਨ ਲੱਗ ਜੇ ਮਨ ਸਾਡਾ, ਸਮਝੋ ਗੁਰੂ ਮੇਰੇ ਨਾਲ ਰਹਿੰਦਾ, ਮੈਨੂੰ ਸਮਝ ਆ ਗਿਆ। ਪਤਾ ਲੱਗ ਜਾ ਵੀ ਨਾ ਅੱਜ ਨਹੀਂ ਤਾਂ ਕੱਲ ਆ ਕੀਤੇ ਵੇ ਕਰਮਾਂ ਦਾ ਹਿਸਾਬ ਕਿਤਾਬ ਦੇਣਾ ਪੈਣਾ। ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ, ਜਿੱਦਾਂ ਦੇ ਵੀ ਕਰਾਂਗੇ ਭਰਾਂਗੇ ਜ਼ਰੂਰ, ਅੱਜ ਨਹੀਂ ਤਾਂ ਕੱਲ ਉਹ ਆਉਣਗੇ ਅੱਗੇ। ਬੰਦਾ ਸੋਚ ਲੇ, ਕਿਸੇ ਲਾਲਚ ਵਸ ਹੋ ਕੇ ਬੰਦਾ ਕੋਈ ਕਰਮ ਕਰਦਾ ਹੈ, ਹੱਕ ਖੋਹਦਾ ਹੈ, ਕਿਸੇ ਦੇ ਹੱਕ ਦੱਬਦਾ, ਮਾੜਾ ਕਰਦਾ, ਗਲਤ ਗਵਾਹੀ ਦਿੰਦਾ ਹੈ, ਕਿਤੇ ਨਾ ਕਿਤੇ ਜਾ ਕੇ ਪ੍ਰੇਮੀਓ ਫਿਰ ਉਹ ਬੀਜੇ ਹੋਏ ਕਰਮ ਉੱਗਣਗੇ, ਫਿਰ ਬੰਦਾ ਪਛਤਾਉਂਦਾ, ਫਿਰ ਸਭ ਕੁਝ ਲੰਘ ਜਾਂਦਾ ਹੱਥ ਦੇ ਵਿੱਚੋਂ, ਫਿਰ ਪਛਤਾਵੇ ਨਾ ਪਛਤਾਵੇ, ਫਾਇਦਾ ਕੋਈ ਨਹੀਂ ਗਾ। ਆਪਣੇ ਪਰਿਵਾਰ 'ਚ ਸੁਖੀ ਰਹੋ, ਖੁਸ਼ ਰਹੋ। ਜਿੱਥੇ ਕਹਾਂ ਅੱਜ ਦੁੱਖ ਨੇ ਕੱਲ ਨੂੰ ਸੁੱਖਾਂ ਨੇ ਵੀ ਆਏ ਜਾਣਾ, ਜੇ ਅੱਜ ਸੁੱਖ ਨੇ ਕੱਲ ਨੂੰ ਦੁੱਖਾਂ ਨੇ ਵੀ ਆਏ ਜਾਣਾ। ਇਸ ਕਰਕੇ ਡਰ ਕੇ ਚੱਲੀਏ। ਸਭ ਤੋਂ ਵੱਡਾ ਦੁੱਖ ਜਨਮ ਮਰਨ ਦਾ, ਇਹ ਤਾਂ ਮਿਟਣਾ ਜੇ ਉਹਦੇ ਚਰਨਾਂ 'ਚ ਜੁੜਾਂਗੇ, ਉਹਦੀ ਰਜ਼ਾ ਅਨੁਸਾਰ ਚੱਲਾਂਗੇ ਭਾਈ,
ਉਹ ਜਨਮ ਮਰਨ ਦਾ ਦੁੱਖ ਜਿਹੜਾ ਉਹਨੇ ਨਸ਼ਟ ਕਰ ਦੇਣਾ ਹੈ। ਸਖੀ ਮੰਗਲੋਂ ਗਾਇਆ ਇਛ ਪੁਜਾਇਆ ਬਹੁੜ ਨਾ ਮਾਇਆ ਹੋਏ। ਜਿਨ੍ਹਾਂ ਮਹਾਤਮਾ ਰੂਪੀ ਸਖੀਆਂ ਨਾਲ ਮਿਲ ਕੇ ਕਹਿੰਦੇ ਪਰਮਾਤਮਾ ਦੇ ਮੰਗਲੋ ਕਹੀਏ ਜਸ ਭਾਵ ਵਡਿਆਈ ਨੂੰ ਗਾਉਣਾ ਕੀਤਾ, ਉਹਨਾਂ ਦੀਆਂ ਸਾਰੀਆਂ ਇੱਛਾਵਾਂ ਜਿਹੜੀਆਂ ਨੇ ਉਹ ਪੂਰੀਆਂ ਹੋ ਗਈਆਂ, ਜਿਸ ਕਰਕੇ ਉਹਨਾਂ ਨੂੰ ਦੁਬਾਰਾ ਮਾਇਆ ਦੇ ਹੋਹਿਆ ਕਹੀਏ ਧੱਕੇ ਨਹੀਂ ਪੈਣਗੇ। ਜਿਸ ਪ੍ਰਕਾਰ ਸਮੁੰਦਰ ਵਿੱਚ ਤੂਫਾਨ ਆ ਜਾਣ ਕਰਕੇ ਲਹਿਰਾਂ ਉੱਠਦੀਆਂ ਨੇ, ਪਾਣੀ ਧੱਕੇ ਮਾਰਦਾ ਹੈ, ਉਹਨਾਂ ਧੱਕਿਆਂ ਦੇ ਕਾਰਨ ਜਹਾਜ਼ ਡੁੱਬ ਜਾਂਦੇ ਆ। ਪਰ ਸ਼ੁਭ ਗੁਣਾਂ ਦੀ ਪੂੰਜੀ ਵਾਲਾ ਨਾਮ ਰੂਪੀ ਜਹਾਜ਼ ਜਿਹਨੂੰ ਚਲਾਉਣ ਲਈ ਗੁਰੂ ਸਾਹਿਬ ਜੀ ਆਪ ਬੈਠੇ ਆ, ਉਹ ਆਪਣੀ ਬਖਸ਼ਿਸ਼ ਦੁਆਰਾ ਮਾਇਆ ਦੇ ਧੱਕੇ ਨਹੀਂ ਪੈਣਗੇ। ਭਾਵ ਬਕਾਰਾਂ ਦੀਆਂ ਲਹਿਰਾਂ, ਮਾੜੇ ਕਰਮਾਂ ਦੀਆਂ ਲਹਿਰਾਂ, ਮਾੜੀਆਂ ਸੋਚਾਂ ਵਿਚਾਰਾਂ, ਇਹ ਧੱਕੇ ਨੇ, ਲਹਿਰਾਂ ਨੇ, ਬੰਦੇ ਨੂੰ ਜਿੱਧਰ ਮਰਜੀ ਧੱਕ ਕੇ ਲੈ ਜਾਣ। ਜਾਂਦੀ ਹੈ ਜੀ ਬੰਦਾ, ਵੇਖਨੇ ਆਪਾਂ ਮਨ ਦੇ ਪਿੱਛੇ ਤੁਰ ਕੇ। ਤੇ ਜਿਹਦੇ ਕੋਲ ਤਾਂ ਹੈ ਗੁਰੂ ਦਾ ਗਿਆਨ, ਉਹ ਤਾਂ ਮੁੜ ਜਾਂਦਾ ਹੈ, ਉਹ ਤਾਂ ਇਹ ਲਹਿਰਾਂ ਨੂੰ ਦੱਬ ਲੈਂਦਾ ਹੈ। ਤੇ ਜਿਹਦੇ ਕੋਲ ਗਿਆਨ ਨਹੀਂ, ਵੀ ਅੱਗੇ ਜੋ ਬੀਜੂ ਭਰੂ ਜ਼ਰੂਰ, ਉਹ ਤੁਰ ਪੈਂਦਾ, ਉਹ ਲਹਿਰਾਂ ਦੀ ਲਪੇਟ 'ਚ ਆ ਜਾਂਦਾ ਹੈ। ਤਾਂ ਹੀ ਪੜ੍ਹਦੇ ਹੁੰਦੇ ਆ ਕਿ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੁਤਰੇ, ਉਹਦੇ ਨਾਮ ਰੂਪੀ ਜਹਾਜ਼ ਤੇ ਚੜ੍ਹਨਾ ਪੈਣਾ। ਤੇ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ। ਇਹ ਅੱਜ ਸਾਨੂੰ ਸੌਖੇ ਜਿਹੇ ਲੱਗਦੇ ਨੇ ਸ਼ਬਦ ਬਚਨ ਜਿਹੜੇ ਨੇ ਪੜ੍ਹਨੇ, ਸੁਣਨੇ, ਸੁਣਾਉਣੇ। ਪੜ੍ਹੀ ਜਾਂਦੇ ਆ, ਸੁਣੀ ਜਾਂਦੇ ਆ, ਸੁਣਾਈ ਜਾਂਦਾ ਮੇਰੇ ਵਰਗਾ। ਅੰਦਰ ਦੀ ਅਵਸਥਾ ਕੁਛ ਹੋਰ ਹੈ। ਜਿਹੜਾ ਉਹਦੇ ਨਾਮ ਰੂਪੀ ਜਹਾਜ਼ ਤੇ ਚੜ੍ਹ ਜਾਂਦਾ ਨਾ, ਬਾਣੀ ਦੇ ਜਹਾਜ਼ ਤੇ ਗੁਰੂਖੋ, ਉਹਦਾ ਬੇੜਾ ਪਾਰ ਲੰਘ ਜਾਂਦਾ ਹੈ। ਗੁਰੂ ਸਾਹਿਬ ਜੀ ਆਪ ਬੈਠੇ ਆ, ਬਹੁੜ ਨਾ ਮਾਇਆ ਹੋਏ ਆ, ਉਹਨਾਂ ਨੂੰ ਧੱਕੇ ਨਹੀਂ ਪੈਣਗੇ। ਵਿਕਾਰਾਂ ਦੀਆਂ ਲਹਿਰਾਂ ਉਹਨਾਂ ਨੂੰ ਅੰਦਰ ਧੱਕੇ ਨਹੀਂ ਮਾਰਨਗੀਆਂ। ਨਹੀਂ, ਮਨ ਦੇ ਪਿੱਛੇ ਤੁਰ ਕੇ ਬੰਦਾ ਬੜੀ ਦੂਰ ਲੰਘ ਜਾਂਦਾ ਹੈ, ਬੜੀ ਦੂਰ ਦੂਰ ਜਾ ਕੇ ਕੁਰਮ ਕਰਦਾ ਹੈ, ਮਾੜਾ ਕਰਦਾ ਹੈ, ਲੁੱਟਾਂ ਸੁੱਟਾਂ ਕਰਦਾ ਜਾ ਕੇ ਜੀ, ਵੀ ਆਪਣੇ ਇਲਾਕੇ ਤੋਂ ਪਰਾਂ ਜਾਂਦੇ ਆ। ਧੱਕੇ ਨੇ, ਲੈ ਜਾਂਦਾ ਧੱਕ ਕੇ ਮਨ ਰਾਜਾ ਸੁਲਤਾਨ। ਪਰ ਗੁਰੂ ਬਖਸ਼ਿਸ਼ ਜਿਹਦੇ ਕੋਲ ਹੈ, ਉਹ ਘਰੀ ਬੈਠੀ ਸੁਖ ਹੈ, ਸੁਖੀ ਹੈ। ਵੀ ਬਹੁਤ ਹੈ ਜਿੰਨਾ ਕਹਾਂ, ਜਿੱਥੇ ਕਾਂ ਉਹਨੇ ਰੱਖਿਆ ਚੰਗਾ ਹੈ। ਧੱਕੇ ਨਹੀਂ ਪੈਣਗੇ ਜੀ ਮਾਇਆ ਦੇ। ਤੇ ਮਹਾਰਾਜ ਕਹਿੰਦੇ ਆ ਜੀ, ਕਰ ਗਏ ਲੀਨੇ ਨਾਨਕ ਪ੍ਰਭ ਪਿਆਰੇ, ਸੰਸਾਰ ਸਾਗਰ ਨਹੀਂ ਪੋਹਿਆ। ਕਹਿੰਦੇ ਪਰਮਾਤਮਾ ਦੇ ਪਿਆਰੇ ਨੇ, ਜਿਨ੍ਹਾਂ ਦੇ ਮਨ ਰੂਪੀ ਹੱਥ ਨੂੰ ਪਕੜ ਕੇ ਆਪਣੇ ਵਿੱਚ ਲੀਨ ਕਰ ਲਿਆ, ਫਿਰ ਉਹਨਾਂ ਨੂੰ ਸੰਸਾਰ ਸਮੁੰਦਰ ਦਾ ਕੋਈ ਵੀ ਦੁੱਖ ਜਿਹੜਾ ਹੈ ਉਹ ਪੋਹ ਨਹੀਂ ਸਕਦਾ। ਭਾਵ ਉਹਨਾਂ ਨੂੰ ਸੰਸਾਰ ਸਮੁੰਦਰ ਵਿੱਚ ਗੋਤੇ ਨਹੀਂ ਖਾਣੇ ਪੈਣਗੇ ਜੀ, ਉਹਨਾਂ ਦੇ ਬੇੜੇ ਪਾਰ ਲੰਘ ਜਾਣਗੇ। ਉੱਥੇ ਸਦਾ ਹੀ ਖੇੜਾ ਰਹਿੰਦਾ ਹੈ। ਸੁਣਿਆ ਪੋਹੇ ਨਾ ਸਕੈ ਕਾਲ, ਮੌਤ ਦਾ ਡਰ, ਦੁੱਖਾਂ ਦਾ ਡਰ ਜਿਹੜਾ ਉਹਨਾਂ ਨੂੰ ਪੋਹ ਨਹੀਂ ਸਕਦਾ ਕੋਈ ਵੀ ਦੁੱਖ। ਉੱਥੇ ਕਦੋਂ ਅਵਸਥਾ ਬਣਨੀ ਹੈ, ਨਾਨਕ ਭਗਤਾਂ ਸਦਾ ਵਿਗਾਸ। ਸੁਣਿਆ ਦੁੱਖ ਪਾਵਕਾ, ਜਦੋਂ ਮਨ ਕਰਕੇ ਬੰਦਾ ਤੁਰ ਪੈਂਦਾ ਜੀ, ਉਹਦੇ ਨਾਮ ਬਾਣੀ ਨੂੰ ਸੁਣਦਾ ਹੈ ਮਨ ਕਰਕੇ, ਜੀ ਕਰਦਾ ਹੈ, ਉੱਥੇ ਫਿਰ ਦੁੱਖਾਂ ਪਾਪਾਂ ਦੇ ਨਾਸ ਹੋ ਜਾਂਦੇ ਆ। ਕਦੋਂ ਕਿ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ। ਦੁੱਖ ਸੰਤਾਪ, ਇਹ ਰੋਗ ਦੁੱਖ ਜਿਹੜੇ ਆ ਉੱਡ ਜਾਂਦੇ ਆ, ਉਤਰ ਜਾਂਦੇ ਨੇ ਜਦੋਂ ਬੰਦਾ ਸੱਚੀ ਬਾਣੀ ਸੁਣਦਾ ਹੈ। ਝੂਠੀਆਂ ਬਾਣੀਆਂ ਵੀ ਨੇ, ਸੱਚੀ ਬਾਣੀ। ਤਿੰਨ ਪ੍ਰਕਾਰ ਦੇ ਦੁੱਖ ਨੇ, ਦੁੱਖ ਦੁੱਖ ਰੋਗ ਸੰਤਾਪ। ਦੁੱਖ ਦੁੱਖ ਨੇ, ਦੁੱਖ ਜਿਹੜੇ ਨੇ ਸਰੀਰ ਦੇ, ਮਨ ਦੇ। ਰੋਗ ਆ ਸਰੀਰ ਦੇ, ਦੁਖੀ ਮਨ ਹੈ, ਰੋਗੀ ਸਰੀਰ ਹੈ। ਦੁੱਖਾਂ ਦਾ ਸੰਬੰਧ ਮਨ ਨਾਲ ਹੈ, ਰੋਗਾਂ ਦਾ ਸੰਬੰਧ ਸਰੀਰ ਨਾਲ ਹੈ। ਤੇ ਸੰਤਾਪ ਕੀ ਹੈ?
ਸੰਤਾਪ ਨਾ ਉਹਨਾਂ ਦਾ ਸੰਬੰਧ ਮਨ ਨਾਲ ਹੁੰਦਾ ਹੈ, ਨਾ ਉਹਨਾਂ ਦਾ ਸੰਬੰਧ ਸਾਡੇ ਸਰੀਰ ਨਾਲ ਹੁੰਦਾ ਹੈ। ਸੰਤਾਪ ਨੇ ਸਾਡੀ ਬੁੱਧੀ ਦੇ ਮਤ ਦੇ ਰੋਗ, ਪਛਤਾਤਾਪ, ਪਛਤਾਵਾ ਲੱਗਿਆ ਰਹਿਣਾ, ਚਿੰਤਾ 'ਚ ਰਹਿਣਾ, ਡਿਪਰੈਸ਼ਨ 'ਚ ਚਲੇ ਜਾਣਾ, ਟੈਨਸ਼ਨ 'ਚ ਰਹਿਣਾ, ਕਹਿ ਦਿੰਦੇ ਆਪਾਂ ਵੀ ਚਿੰਤਾ ਹੈ, ਟੈਨਸ਼ਨ ਹੋ ਗਈ, ਡਿਪਰੈਸ਼ਨ 'ਚ ਚਲਾ ਗਿਆ ਬੰਦਾ। ਇਹ ਸੰਤਾਪ ਜਿਹੜੇ ਆ ਨਾ, ਇਹ ਉੱਡ ਜਾਂਦੇ ਆ ਜਦੋਂ ਬੰਦਾ ਬਾਣੀ ਨਾਲ ਜੁੜਦਾ। ਬੇਅੰਤ ਇਤਿਹਾਸ ਹੈ ਅੱਜ ਵੀ, ਇਹ ਕਈਆਂ ਦੇ ਦੁੱਖ ਅੱਜ ਵੀ ਜਾ ਰਹੇ ਨੇ ਜੀ, ਸਰੀਰ ਦੇ ਨੇ, ਤਨ ਦੇ ਨੇ, ਮਨ ਦੇ ਨੇ, ਆ ਸਾਡੀ ਮੱਤ ਦੇ ਨੇ। ਡਿਪਰੈਸ਼ਨ 'ਚ ਹੈ ਬੰਦਾ, ਸਭ ਗੁਰੂ ਦੀ ਬਾਣੀ ਨਾਲ ਠੀਕ ਹੁੰਦਾ। ਪਰ ਸਿੱਖ ਨੂੰ ਭਰੋਸਾ ਹੋਵੇ, ਉਹਦਾ ਮਨ ਟਿਕੇ ਗੁਰੂ ਦੀ ਬਾਣੀ 'ਚ। ਆਓ ਜੀ, ਇੱਥੇ ਸਮਾਪਤੀ ਹੈ। ਰਹਿੰਦੀਆਂ ਵਿਚਾਰਾਂ ਅੱਗੇ ਵਿਚਾਰਾਂਗੇ ਗੁਰਬਾਣੀ ਦੀਆਂ। ਹੋਈਆਂ ਭੁੱਲਾਂ ਤੋਂ ਖਿਮਾ।